एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। आसा महला पहला वार सलोका नाल सलोक भी महल्ले पहले के लिखे टुंडे आसु राजा की धुनी। सलोक महला पहला बलिहारी गुर अपने द्योहाड़ी सदवार। जिन मानुष ते देवते किए करत न लगी वार। वाहिगुरु जी का खालसा वाहिगुरु जी की फतेह। परम सन्मानयोग चवर छत्र तख्त दे मालक रूहानियत दे भंडार कुल कायनात दे मालक धन धन सतगुरु शब्द गुर अवतार श्री गुरु ग्रंथ साहिब जी महाराज तिन्हां दी पावन पवित्र गोद दे अंदर गुरु साहिब जी दे उपदेश नूं सरवण करन वास्ते जुड़ बैठे माई भाई वड्डे भाग हन आप सबना दे जो गुरु दे पास बैठण दा सुभागा समा प्राप्त होया है। ते गुरु प्यारिओ दोवें हाथ जोड़ कर बेनती जिथों तक भी गुरु घर दी आवाज़ पहुँचती होवे किरपा करके अपने परिवारक कम्मां नूं संकोचदियां जितना समा भी आप सबना दे पास है किरपा करके गुरु साहिब जी दी अगम्मी बाणी दी विचार दी नाल जुड़न दा यतन करिए जिस दे विचों मानक पारस हीरे वर्गे शब्द रूपी साडे बचन जेड़े सतगुरु पातशाह जी ने साडी झोली दे विच पाए ने उन्हां दी परख करनी करिए उन्हां नूं समझ के अपने जीवन दे विच धारण करना करिए। गुरुदेव जी आप सबनां नूं बल बख्शण बेनती है गुरु साहिब दे चरणां विच जुड़न दा यतन करो। आओ कल दे रोज तो जो गुरु पातशाह जी दी किरपा दे नाल संग्रांद दे दिहाड़े तो धन श्री गुरु नानक देव पातशाह महाराज जी दी इलाही बाणी आसा की वार दी विचार दी आरंभता दे नाल आपां जुड़े सां। कल दे दिन आपां बाणी दे बारे विचार कीती है कि बाणी गुरु पातशाह जी ने किथे ते क्यों उचारण कीती, बाणी दा स्वरूप की है, बाणी दे विच विशा की है, किस बारे गुरु पातशाह जी ने सानू दस्सिया है, की उपदेश है गुरु पातशाह जी दा इस बाणी दे प्रति।
ਤੇ ਅੱਜ ਦੇ ਦਿਨ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਾਣੀ ਦੇ ਪਹਿਲੇ ਸ਼ਲੋਕ ਤੋਂ ਵਿਚਾਰ ਦੀ ਆਰੰਭਤਾ ਕਰਨ ਜਾ ਰਹੇ ਹਾਂ। ਗੁਰਦੇਵ ਪਿਤਾ ਜੀ ਕੋਲੋਂ ਅਸੀਸ ਮੰਗੀਏ, ਬੇਨਤੀ ਕਰੀਏ ਕਿ ਗੁਰੂ ਪਾਤਸ਼ਾਹ ਜੀ ਆਪ ਸਿਰ ਤੇ ਹੱਥ ਰੱਖ ਕੇ ਬਚਨ ਜਿਹੜੇ ਅਮੋਲਕ ਬਚਨ ਨੇ, ਗੁਰੂ ਦੇ ਹੀਰੇ ਰਤਨਾ ਰੂਪੀ ਬਚਨ ਨੇ, ਤਿਨਾਂ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਆਪ ਸਿਰ ਤੇ ਹੱਥ ਰੱਖ ਕੇ ਕਰਵਾ ਲੈਣ। ਆਓ ਗੁਰੂ ਚਰਨਾਂ ਵਿੱਚ ਇੱਕ ਵਾਰ ਪਿਆਰ ਸਹਿਤ ਜੁੜਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਦੇਵ ਪਿਤਾ ਜੀ ਦੀ ਬਖਸ਼ਿਸ਼ ਹੈ ਇਲਾਹੀ ਬਾਣੀ ਆਸਾ ਕੀ ਵਾਰ, ਜਿਸ ਦੀ ਸਿੱਖ ਪੰਥ ਦੇ ਅੰਦਰ ਨਿਤਨੇਮ ਦੇ ਵਿੱਚ ਇਤਨੀ ਕੁ ਮਹਾਨਤਾ ਹੈ ਕਿ ਅੰਮ੍ਰਿਤ ਵੇਲੇ ਸਾਰੇ ਗੁਰੂ ਘਰਾਂ ਦੇ ਅੰਦਰ ਜਿੱਥੇ ਇਸ ਬਾਣੀ ਦਾ ਕੀਰਤਨ ਹੁੰਦਾ ਉੱਥੇ ਮਰਿਆਦਾ ਦਾ ਮੁੱਢ ਵੱਜਦਾ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਇਲਾਹੀ ਸਰੋਵਰ ਦੇ ਅੰਦਰ ਜੋ ਸੋਨੇ ਦੀ ਇਮਾਰਤ ਸਾਨੂੰ ਨਜ਼ਰ ਆਉਂਦੀ ਹੈ, ਜਿਸ ਨੂੰ ਅਸੀਂ ਸਤਿਕਾਰ ਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਆਖਦੇ ਹਾਂ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਦੀ ਮਰਿਆਦਾ ਦੀ ਆਰੰਭਤਾ ਉੱਥੋਂ ਹੁੰਦੀ ਹੈ। ਤੇ ਗੁਰੂ ਪਿਆਰਿਓ, ਇਹ ਉਹ ਆਸਾ ਕੀ ਵਾਰ ਹੈ ਜਿਹੜੀ ਗੁਰਸਿੱਖ ਦੇ ਜੀਵਨ ਦੇ ਅੰਦਰ ਗੁਰੂ ਪਿਆਰਿਓ ਇਤਨੀ ਕੁ ਜ਼ਰੂਰੀ ਹੈ ਕਿ ਆਪ ਜੀ, ਮੈਂ ਸਮਝਦਾ ਕਿ ਇਸ ਗੱਲ ਨੂੰ ਚਿੱਤ ਦੇ ਵਿੱਚ ਵਸਾ ਸਕਦੇ ਹੋ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਰਾਤ ਦੇ ਸਮੇਂ। ਤੇ ਜਿਸ ਸਮੇਂ ਸਰਸਾ ਨਦੀ ਦੇ ਕੰਢੇ ਤੇ ਪੁੱਜੇ ਨੇ, ਸਰਸਾ ਨਦੀ ਦੇ ਕਿਨਾਰੇ ਤੇ ਪੁੱਜੇ ਨੇ ਤੇ ਸਮਾਂ ਹੋ ਗਿਆ ਲਗਭਗ ਚੌਥੇ ਪਹਿਰ ਦਾ। ਤੇ ਗੁਰੂ ਪਾਤਸ਼ਾਹ ਜੀ ਨੇ ਹੁਣ ਉੱਥੇ ਇਹ ਨਹੀਂ ਕਿ ਜੰਗ ਨਹੀਂ ਹੋ ਰਹੀ, ਜਾਂ ਆਪ ਜੀ ਜਾਣਦੇ ਹੋ ਇਤਿਹਾਸ ਗਵਾਹ ਹੈ ਸਰਸਾ ਦਾ ਪਾਣੀ ਚੜਿਆ ਹੋਇਆ ਹੈ, ਵਧਿਆ ਹੋਇਆ ਹੈ। ਤੇ ਪਿੱਛੋਂ ਮੁਗਲਾਂ ਦੇ ਜਿਹੜੇ ਪਹਾੜੀ ਰਾਜਿਆਂ ਦੇ ਸਰਸਾ ਤੋਂ ਪਾਰ ਜਿਹੜੇ ਮੁਗਲ ਨੇ, ਸਰਸਾ ਤੋਂ ਇਧਰ ਪਹਾੜੀ ਰਾਜੇ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਝੂਠੀਆਂ ਸੋਹਾਂ ਖਾ ਕੇ ਤੇ ਧੋਖਾ ਦਿੱਤਾ, ਬਾਅਦ ਵਿੱਚ ਪਿੱਛਾ ਕਰਦੇ ਆ ਗਏ। ਤੇ ਗੁਰੂ ਪਾਤਸ਼ਾਹ ਜੀ ਨੇ ਪਿਆਰ ਦੇ ਨਾਲ ਆਪਣੀਆਂ ਸਿੱਖਾਂ ਨੂੰ ਹੁਕਮ ਕੀਤਾ, ਭਾਈ ਅੰਮ੍ਰਿਤ ਵੇਲਾ ਹੋ ਗਿਆ ਹੈ, ਆਸਾ ਕੀ ਵਾਰ ਦੇ ਦੀਵਾਨ ਸਜਾਏ ਜਾਣ, ਇੱਥੇ ਆਸਾ ਕੀ ਵਾਰ ਦਾ ਕੀਰਤਨ ਹੋਵੇਗਾ। ਕਿੰਨੀ ਵਡਿਆਈ ਹੈ ਬਾਣੀ ਦੀ। ਜੇ ਗੁਰਸਿੱਖ ਆਪਣੇ ਜੀਵਨ ਦੇ ਅੰਦਰ ਇਹਨਾਂ 24 ਪੌੜੀਆਂ ਨੂੰ ਇੱਕ ਇੱਕ ਦਿਨ ਇੱਕ ਇੱਕ ਪੌੜੀ ਨੂੰ ਸਮਝ ਕੇ ਜੀਵਨ ਦੇ ਵਿੱਚ ਵਸਾ ਲਵੇ ਨਾ, ਤੇ ਗੁਰੂ ਪਾਤਸ਼ਾਹ ਜੀ ਨੇ ਕੱਲ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਅੰਦਰ ਵਿਗਿਆਨ ਤੇ ਬ੍ਰਹਮ ਗਿਆਨ ਦੋਵਾਂ ਦੀ ਸੰਪੂਰਨ ਤੌਰ ਤੇ ਇਸ ਬਾਣੀ ਦੇ ਵਿੱਚ ਉਹਦਾ ਭਰਪੂਰ ਜਿਹੜਾ ਦ੍ਰਿਸ਼ ਦਿੱਤਾ ਹੈ। ਤੇ ਆਰੰਭਤਾ ਕਰਦੇ ਨੇ ਪਾਤਸ਼ਾਹ ਜੀ, ਕਿਉਂਕਿ ਪੀਰ ਦਸਤਗੀਰ ਦੇ ਨਾਲ ਵਿਚਾਰ ਹੋ ਰਹੀ ਸੀ ਜੀ। ਕੱਲ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਦੀ ਧਰਤੀ ਤੇ ਪੀਰ ਦਸਤਗੀਰ ਦੇ ਨਾਲ ਵਿਚਾਰ ਕਰਦੇ ਆ, ਉੱਥੇ ਇਸ ਬਾਣੀ ਨੂੰ ਉਚਾਰਨ ਕੀਤਾ। ਤੇ ਇਸ ਕਰਕੇ ਹੁਣ ਉਹਦੇ ਸਵਾਲ ਸਨ ਕਿ ਅਕਾਲ ਪੁਰਖ ਹੈ ਕਿੱਥੇ, ਰਹਿੰਦਾ ਕਿੱਥੇ ਹੈ, ਅਕਾਲ ਪੁਰਖ ਤੋਂ ਪਹਿਲਾਂ ਕੌਣ ਸੀ ਸੰਸਾਰ ਦੇ ਅੰਦਰ, ਤੇ ਅਕਾਲ ਪੁਰਖ ਕਰਦਾ ਕੀ ਹੈ। ਤੇ ਗੁਰੂ ਪਾਤਸ਼ਾਹ ਜੀ ਇਸੇ ਗੱਲ ਕਰਕੇ ਅਕਾਲ ਪੁਰਖ ਦਾ ਸਰੂਪ ਜਿਹੜਾ ਉਹ ਬਾਣੀ ਦੇ ਆਰੰਭਤਾ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤਾ। ਇੱਕ ਓੰਕਾਰ। ਭਾਈਓ, ਜਿਹੜਾ ਅਕਾਲ ਪੁਰਖ ਹੈ ਉਹ ਸੰਸਾਰ ਮੰਨਦਾ ਹੈ। ਓੰਕਾਰ, ਊੜਾ, ਐੜਾ ਤੇ ਮੰਮਾ, ਇਹਦੇ ਵਿੱਚੋਂ 3 ਅੱਖਰ ਵੇਦਾਂ ਦੇ ਅਨੁਸਾਰ ਨਿਕਲਦੇ ਨੇ, ਜਿਨ੍ਹਾਂ ਦੇ ਅਨੁਸਾਰ ਸੰਸਾਰ ਨੂੰ ਚਲਾਉਣ ਵਾਲੇ 3 ਦੇਵਤੇ, 3 ਤਰ੍ਹਾਂ ਦੇ ਜਿਹੜੇ ਰੱਬ ਦੇ ਰੂਪ ਮੰਨੇ ਗਏ ਆ ਸਨਾਤਨ ਮਤ ਦੇ ਅਨੁਸਾਰ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ 3 ਨੇ ਇਹ ਵੀ ਉਹਦੇ ਸੇਵਕ ਨੇ, ਇਹਨਾਂ ਤੋਂ ਉੱਪਰ ਇੱਕ ਹੈ ਜਿਹੜਾ ਪ੍ਰਿੰਸੀਪਲ ਹੈ,
ਜਿਹੜਾ ਇਹਨਾਂ ਦਾ ਮੁਖੀ ਹੈ, ਜਿਹੜਾ ਸਭ ਤੋਂ ਉੱਪਰ ਹੈ, ਉਹ ਇੱਕ ਹੈ, ਇੱਕ ਓੰਕਾਰ। ਸੰਸਾਰ ਦੇ ਸਾਰੇ ਕਾਰਜ ਕਰਨ ਵਾਲਾ ਇਹਨਾਂ ਤਿੰਨਾਂ ਦੇ ਉੱਪਰ ਵੀ ਇੱਕ ਹੈ, ਤੇ ਉਸ ਇੱਕ ਦੀ ਵਿਚਾਰ ਦੇ ਨਾਲ ਜੁੜਨ ਲੱਗੇ ਹਾਂ। ਉਸ ਇੱਕ ਦੀ ਆਰੰਭਤਾ ਕਰਕੇ ਪੀਰ ਦਸਤਗੀਰ ਨੂੰ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਕਿ ਭਾਈ ਉਹ ਅਕਾਲ ਪੁਰਖ ਦਾ ਸਰੂਪ ਇਸ ਤਰ੍ਹਾਂ ਦਾ ਹੈ। ਹੁਣ ਗੁਰੂ ਪਿਆਰਿਓ, ਅਸੀਂ ਜਦੋਂ ਕਿਸੇ ਨੂੰ ਜਾਣਨਾ ਹੋਵੇ ਨਾ ਜੀ, ਤੇ ਪਹਿਲਾਂ ਆਪਾਂ ਉਸ ਦਾ ਨਾਮ ਪੁੱਛਦੇ ਹਾਂ। ਜਦੋਂ ਕੋਈ ਆਖਦਾ ਨਾ ਸਾਨੂੰ ਕਿ ਤੂੰ ਫਲਾਣੇ ਨੂੰ ਜਾਣਦਾ, ਜਾਂ ਇਸ ਬੰਦੇ ਦੇ ਤੂੰ ਮੁੰਡੇ ਨੂੰ ਜਾਣਦਾ, ਉਹਦੇ ਸੁਪੁੱਤਰ ਨੂੰ ਜਾਣਦਾ ਹੈ, ਤੇ ਪਹਿਲਾਂ ਅਸੀਂ ਉਹਦਾ ਨਾਮ ਪੁੱਛਦੇ ਹਾਂ। ਫਿਰ ਅਸੀਂ ਉਸ ਦਾ ਸਰੂਪ ਪੁੱਛਦੇ ਹਾਂ, ਉਸ ਦਾ ਮੁਹਾਂਦਰਾ ਪੁੱਛਦੇ ਹਾਂ, ਉਹ ਹੈ ਕਿਸ ਤਰ੍ਹਾਂ ਦਾ, ਦਿਖਦਾ ਕਿਸ ਤਰ੍ਹਾਂ ਦਾ ਹੈ। ਫਿਰ ਪੁੱਛਦੇ ਹਾਂ ਉਹ ਕਰਦਾ ਕੀ ਹੈ। ਭਾਵ ਗਿਆਨ ਦੀ ਭੁੱਖ ਪੈਦਾ ਹੁੰਦੀ ਜਦੋਂ ਕਿਸੇ ਦਾ ਨਾਮ ਸੁਣਦੇ ਭਾਈ, ਉਹਨੂੰ ਜਾਣਨ ਵਾਸਤੇ ਫਿਰ ਅਸੀਂ ਅੱਗੇ ਤੋਂ ਅੱਗੇ ਸਟੈਪ ਬਾਈ ਸਟੈਪ ਵੱਧਦੇ ਹਾਂ। ਤੇ ਬਿਲਕੁਲ ਇਸੇ ਤਰ੍ਹਾਂ ਅਕਾਲ ਪੁਰਖ ਦਾ ਸਰੂਪ ਦੱਸਦੇ ਹਾਂ। ਪਾਤਸ਼ਾਹ ਜੀ ਪਹਿਲਾਂ ਕਹਿੰਦੇ ਇੱਕ ਓੰਕਾਰ, ਭਾਈ ਉਹਨੂੰ ਜਾਣਦਾ ਜਿਹੜਾ ਇੱਕ ਹੈ ਸੰਸਾਰ ਦੇ ਅੰਦਰ, ਜਿਹੜਾ ਸੰਸਾਰ ਦੇ ਸਾਰੇ ਕਾਰਜ ਕਰਦਾ ਹੈ, ਜਿਹੜਾ ਬਣਾ ਰਿਹਾ ਹੈ, ਚਲਾ ਰਿਹਾ ਹੈ ਤੇ ਮਾਰ ਰਿਹਾ, ਖਤਮ ਕਰ ਰਿਹਾ। ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਉਹ ਇੱਕ ਅਕਾਲ ਪੁਰਖ। ਤੇ ਗੁਰੂ ਪਿਆਰਿਓ, ਸੰਪਰਦਾਈ ਵਿਦਵਾਨਾਂ ਦੇ ਅਨੁਸਾਰ ਇਸ ਦੇ ਜਿਹੜੇ ਸ਼ਬਦੀ ਅਰਥ ਨੇ, ਉਹ ਇੱਕ ਤੋਂ ਭਾਵ ਹੈ ਦੁਐਕ ਤੋਂ ਰਹਿਤ, ਭਾਵ ਇੱਕ ਸਰੂਪ ਹੈ, ਉਹਦੇ ਵਿੱਚ ਦੁਬਿਧਾ ਨਹੀਂ, ਉਹ ਦੋ ਸਰੂਪ ਨਹੀਂ, ਕੇਵਲ ਇੱਕੋ ਇੱਕ ਹੈ। ਓੰਕਾਰ ਤੋਂ ਭਾਵ ਹੈ ਸਮੂਹ ਦਾ ਪ੍ਰਕਾਸ਼, ਭਾਵ ਸੰਸਾਰ ਦੀਆਂ ਜਿਤਨੀਆਂ ਸ਼ਕਤੀਆਂ ਨੇ ਉਹਨਾਂ ਦੀ ਸਾਰਿਆਂ ਦੀ ਇਕੱਤਰਤਾ ਜਿਹੜੀ ਇੱਕ ਹੈ, ਉਸ ਦਾ ਪ੍ਰਕਾਸ਼। ਅੱਗੇ ਗੁਰਦੇਵ ਜੀ ਉਹਦਾ ਨਾਮ ਦੱਸਦੇ, ਕਹਿੰਦੇ ਸਤਿਨਾਮ। ਹੁਣ ਵਿਚਾਰ ਨੂੰ ਸਮਝਣ ਦਾ ਯਤਨ ਕਰਨਾ। ਇੱਥੇ ਉਹਦਾ ਨਾਮ ਸਤਨਾਮ ਨਹੀਂ ਹੈ, ਸਤਨਾਮ ਹੈ। ਸਤਨਾਮ ਤੋਂ ਭਾਵ ਸਦੀਵੀ ਰਹਿਣ ਵਾਲਾ, ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦਾ ਨਾਮ ਹੈ। ਸੰਸਾਰ ਤੇ ਜਿਤਨੇ ਵੀ ਲੋਕ ਨੇ ਉਹਨਾਂ ਦਾ ਕੋਈ ਨਾ ਕੋਈ ਨਾਮ ਹੈ। ਜਦੋਂ ਕੁਛ ਕੁ ਚਿਰ ਬਾਅਦ ਉਹ ਪੁਰਖ ਇਸ ਸੰਸਾਰ ਤੋਂ ਕੂਚ ਕਰ ਜਾਂਦਾ, ਚਲਿਆ ਜਾਂਦਾ ਹੈ, ਤੇ ਕੁਝ ਸਮੇਂ ਬਾਅਦ ਉਸ ਦੇ ਆਉਣ ਵਾਲੀਆਂ ਪੁਸ਼ਤਾਂ ਦੇ ਵਿੱਚ ਉਸ ਦਾ ਨਾਮ ਜਿਹੜਾ ਕੁਝ ਕੁ ਇੱਕ ਦੋ ਪੀੜ੍ਹੀਆਂ ਤੱਕ ਚੱਲਦਾ, ਉਸ ਤੋਂ ਬਾਅਦ ਉਹਦਾ ਨਾਮ ਖਤਮ ਹੋ ਜਾਂਦਾ ਸੰਸਾਰ ਦੇ ਵਿੱਚੋਂ। ਕੇਵਲ ਇੱਕੋ ਇੱਕ ਅਕਾਲ ਪੁਰਖ ਹੈ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਦੇ ਨਾਮ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ। ਇਸ ਦੇ ਵਿੱਚ ਹੋਰ ਕੋਈ ਮਿਲਾਵਟ ਨਹੀਂ, ਹੋਰ ਕਿਸੇ ਵਸਤੂ ਤੋਂ ਸੰਸਾਰ ਪੈਦਾ ਨਹੀਂ ਹੋਇਆ। ਇੱਥੇ ਨਾਮ ਤੋਂ ਭਾਵ ਉਸ ਦੀ ਸ਼ਕਤੀ ਹੈ, ਉਸ ਦਾ ਬਲ ਹੈ, ਉਸ ਦਾ ਤੇਜ ਹੈ, ਜਿਸ ਦੇ ਕਾਰਨ ਇਹ ਸਾਰੀ ਸ੍ਰਿਸ਼ਟੀ ਦਾ ਪਸਾਰਾ ਪਸਰਿਆ ਹੈ। ਗੁਰਦੇਵ ਜੀ ਕਹਿੰਦੇ ਸਤਨਾਮ। ਹੁਣ ਨਾਮ ਨੂੰ ਆਪਾਂ ਸ਼ਕਤੀ ਦੇ ਰੂਪ ਦੇ ਵਿੱਚ ਜੇ ਲਈਏ, ਨਾਮ ਦੇ ਵਿਦਵਾਨਾਂ ਦੇ ਅਨੁਸਾਰ ਕਈ ਸਰੂਪ ਨੇ, ਪਰ ਨਾਮ ਦੇ ਸਤਨਾਮ ਦੇ ਇੱਥੇ ਗੁਰੂ ਪਿਆਰਿਓ ਮੰਮੇ ਨੂੰ ਔਂਕੜ ਲੱਗਾ, ਭਾਵ ਕੇਵਲ ਇੱਕੋ ਇੱਕ ਨਾਮ ਹੈ ਉਹਦਾ, ਜਿਹੜਾ ਸਤਨਾਮ ਹੈ। ਜਿਵੇਂ ਆਪਾਂ ਅਕਾਲ ਪੁਰਖ ਦਾ ਸਰੂਪ ਵੇਖ ਕੇ ਉਸ ਦੇ ਨਾਮ ਰੱਖੇ ਨੇ ਨਾ ਜੀ, ਕਿਸੇ ਦੇ ਉੱਪਰ ਦਇਆ ਕਰ ਦਿੱਤੀ ਅਕਾਲ ਪੁਰਖ ਨੇ, ਕੋਈ ਪਦਾਰਥ ਦੇ ਦਿੱਤਾ ਤੇ ਉਹ ਕਹਿੰਦਾ ਪਾਤਸ਼ਾਹ ਤੂੰ ਬੜਾ ਦਿਆਲੂ। ਕਿਸੇ ਤੇ ਕਿਰਪਾ ਕਰ ਦਿੱਤੀ, ਕਹਿੰਦਾ ਕਿਰਪਾਲੂ। ਕਿਸੇ ਦੇ ਸੁਪਨੇ ਦੇ ਵਿੱਚ ਉਸਨੇ ਦਰਸ਼ਨ ਦੇ ਦਿੱਤੇ, ਉਹ ਕਹਿੰਦਾ ਸਿਆਮ ਮੂਰਤ ਹੈ। ਇਸ ਪ੍ਰਕਾਰ ਕਈ ਤਰ੍ਹਾਂ ਦੇ ਜਿਹੜੇ ਅਕਾਲ ਪੁਰਖ, ਇਹ ਵੀ ਨਾਮ ਜਿਹੜਾ ਉਹ ਰੱਖਿਆ ਹੈ ਸ਼ਬਦਾਂ ਦੇ ਅੰਦਰ। ਜਿਹੜਾ ਸਤਨਾਮ ਸ਼ਬਦ ਹੈ, ਸਤਨਾਮ ਤੋਂ ਭਾਵ ਸੱਚਾ ਨਾਮ, ਸੰਸਾਰ ਤੇ ਰਹਿਣ ਵਾਲਾ, ਉਹ ਨਾਮ ਸ਼ਬਦਾਂ ਦੇ ਵਿੱਚ ਨਹੀਂ ਆਉਂਦਾ। ਕੇਵਲ ਉਸ ਨੂੰ ਦਰਸਾਉਣ ਵਾਸਤੇ ਇਹੋ ਹੀ ਆਖਿਆ ਜਾ ਸਕਦਾ ਕਿ ਭਾਈ ਉਹ ਸਦਾ ਸੱਚਾ ਨਾਮ ਹੈ ਉਸ ਦਾ। ਬਾਣੀ ਦੇ ਅੰਦਰ ਪਾਤਸ਼ਾਹ ਜੀ ਸਾਰੇ ਅਕਾਲ ਪੁਰਖ ਦੇ ਨਾਮਾਂ ਨੂੰ ਜਾਪ ਸਾਹਿਬ ਦੇ ਅੰਦਰ ਗਿਣ ਕੇ, ਲਿਖ ਕੇ, ਦਰਜ ਕਰਕੇ, ਤੇ ਆਰੰਭਤਾ ਦੇ ਵਿੱਚ ਪਾਤਸ਼ਾਹ ਜੀ ਬਚਨ ਦਰਜ ਕਰਦੇ, ਕਹਿੰਦੇ ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ।
गुरुदेव जी कहते भाई तेरा सर्व व्यापक नाम संसार ते सदीवी रहन वाला नाम कथै कवन, कौन अपनी रसना दे नाल कह सकता है। करम नाम बरनत सुमत, कहते भाई असी ते तेरे कर्मां वल वेख के भाव तेनू जितया नहीं जा सकता, तू अजय है, भाव तेनू जितया नहीं जा सकता, तू अभय है, तू डर तो रहत है। भाव इस तरह नाम उन्होंने दे के ते गुरु पातशाह जी कहते भाई तब सर्व नाम कथै कवन, कर्म नाम बरनत सुमत, तेरे कर्मां वल वेख के तेरे नाम रख रहे हैं, पर तेरा सर्व व्यापक नाम जेड़ा गुरुदेव गुरु नानक पातशाह जी कहते किरतम नाम कथे तेरे जेहबा, सत नाम तेरा परा पूर्वला। विचार सौखी हो जावे, समझ दे विच आ जावे। मैं गुरबाणी दे विचों सुखमनी साहब दी सौखी पंक्तियां दी उदाहरण लैके ते आप जी दे नाल विचार सांझी करा। पातशाह जी कहंदे इसे नाम तो सारे जगत दा पसारा पसरिया है, नाम के धारे सगले जंत, नाम के धारे खंड ब्रह्मंड। भाव सारा पता पढ़िए ते सारा संसार जिहड़ा उस नाम दे नाल पैदा होया। इत्थे नाम तो भाव उहदी एक शक्ति दा स्वरूप है, नाम जिहड़ा सत है, भाव सदीवी रहन वाला है। करता पुरख, हुणे भी दो शब्द ने गुरु प्यारे, करता ते पुरख। करता तो भाव है करण वाला, करण कारण प्रभ एक है, दूसर ना ही कोय, नानक तिस बलिहारन जल थल महील सोए। भाव करण कराउण वाला संसार ते केवल इको एक अकाल पुरख है। हुण केवल करण वाला नहीं, केवल बनाउण वाला नहीं, करता भी है। करते तो भाव करण वाला बनाउण वाला। संसार ते कई जीव ने, हुण घुमियार है वो बर्तन बनाउंदा मिट्टी दे, उसने मिट्टी का बर्तन बनाया ते बर्तन नूं धुप्पे रख के सुका करके जिस समय तैयार हो गया ते उसनूं बेच दिता। हुण जिहनूं बर्तन वेचिया है उसका घर घुमियार दे घर तो बहुत दूर है, वो बर्तन लैके अपने घर चला गया ते घुमियार अपने घर चला गया। हुण बर्तन दे नाल घुमियार दा कोई कनैक्शन नहीं रहा, भाव टुट गए एक दूजे तो। पर गुरु पातशाह जी कहंदे भाई वो करता भी है ते पुरख भी है। पुरख तो भाव वसिया होया। जिवें घुमियार ने बर्तन तैयार किया ते बर्तन उहदे तो दूर हो गया, घुमियार दे नाल बर्तन दा कोई संबंध नहीं रहा। कहंदे इस तरह दा अकाल पुरख नहीं, वो बना के ते पुरख कहंदे रूप दे विच आप वसदा है उहदे अंदर। सब मैं है जोत, जोत है सोए, तिस दा चानण सब मैं चानण होए। मैं एक होर उदाहरण रखा आप जी दे सन्मुख ते गल सौखी समझ दे विच आ जावे। जिस प्रकार भाई गुरदास जी भी ये उदाहरण दिंदे ने, कहंदे जिस प्रकार आकाश दे विच एक चंद नज़र आ रहा है ते धरती दे उपर जिन्ने भी तालाब ने, जिन्ने समुंदर ने, जिन्ने दरिया ने, जिन्नियां नदियां ने, जां जिन्ने भी आपां बाल्टी दे विच, घरां दे विच, घड़े दे विच, किसे बर्तन दे विच भी जल भर के रख दईए ते उस जल दे विच जदों आपां चंद दा स्वरूप वेखांगे ते आकाश दे विचों उस दा प्रतिबिंब पै करके उसे तरह दा चंद नज़र आवेगा। कहंदे वो इस तरह सारियां दे विच वस रहा है। जिस प्रकार सूरज दीयां किरणां सारियां दे उपर एक बराबर पै रहीआं ने, उस प्रकार वो अकाल पुरख सारियां दे विच वस रहा है। करता पुरख भाव सारियां नूं बना के ते सारियां दे विच एक रस व्यापक है, जिन्हों कलगीधर पातशाह कहंदे ना घाट है ना बाढ़ है, ना घाट बाढ़ होत है, जमी जमान के बिकै समस्त एक जोत है। धरती तो आकाश तक केवल इको जोत पसर रही है, उसनू पुरख आखिया गुरु पातशाह जी ने।
पुरख तो भाव है वसिया होया, रमिया होया, रहन वाला, सदीवी रहन वाला, जिस नूं बनाया उस दे अंदर वो वस रहा है। अगे हुण गुरुदेव जी उस दे गुण दसदे, पहला दसिया कि वो है कौन, फिर उसका नाम की है। ज्ञान की भुख है ना जी साडे अंदर। कल आप जी दे नाल विचार करदे आ, विचार साझी कीती सी, बेनती कीती आप जी नूं कि दो तरह की भुख है जीव दे मन दे अंदर। एक पदार्थां दी भोजन की भुख है ते एक ज्ञान की भुख है। जदों जीव किसी बारे सुनता है तो उहदे बारे जानना चाहुंदा है, उन्होंने चंगी तरह जान लेना चाहुंदा है, उन्होंने मिल लेना चाहुंदा है, ताकि मन दे विच कोई दुविधा ना रह जाए। ते हुण जदों दस्तगीर नूं पता लग्या कि भाई खुदा है, ते हुण खुदा दे बारे इहने कई पीरां फकीरां तो, पैगंबरां तो, कईयां महापुरखां तो, संतां दे कोलों विचार सरवण कीती, पर इहदी तृप्ति नहीं हुई, भुख नहीं उतरी। ते गुरु नानक पातशाह जी हुण आ उहनूं विचार दसदे आ कि भाई पहला वो अकाल पुरख है कौन, फिर उसका नाम की है, फिर वो करदा की है, कहंदे करता पुरख। हुण उसदे गुण किदां दे ने? गुरुदेव जी कहंदे निरभौ निर्वैर अकाल मूरत अजूने सैभं। आ सारे उस अकाल पुरख के गुण ने। कहते वो अकाल पुरख निरभौ है, उसनों किसी का डर नहीं। संसार के जीवां नूं, साडे वर्गियां नूं, मेरे वर्गियां नूं डर हुंदा अपने तो वड्डे दा, अपने तो नीवे नूं। भावें वो बल दे विच नीवा है, भावें वो माया दे विच, भावें वो अहुदे दे विच, ते भावें वो विद्या दे विच साडे तो नीवा है, असीं उहनूं सदा डराउंदे हां। ते जेड़ा साडे तो विद्या दे विच, जेड़ा साडे तो बल दे विच, जेड़ा साडे तो ज्ञान दे विच वड्डा है, उहदे कोलों सदा असीं डरदे हां। ते इस करके पातशाह जी बचन करदे, कहंदे निरभौ है, भाव नीवें नूं ओह डराउंदा नहीं ते वड्डे कोलों ओह डरदा नहीं, क्योंकि ओहदे तो वड्डा संसार दे विच कोई जम्मिया ही नहीं। वो सब तो वड्डा है। वड्डा साहिब ऊंचा नाव, वड्डा साहिब ऊंचा थाव, ऊंचे ऊपर ऊंचा नाव। इसलिए गुरुदेव जी पीर दस्तगीर नूं समझाउंदे आ, भाई उस अकाल पुरख दे गुण इस तरह दे ने कि वह निरभौ है, निरवैर है। हुण उसदा वैर भी किसी नाल नहीं, उन्हें किसी दे नाल उहदा मकान दा, किसी प्लाट दा, किसी तरह की कोई रजिस्ट्री दा, किसी तरह का भी उहदा कोई झगड़ा नहीं किसी दे नाल। इसदा कारण यह है कि सारा कुछ उस अकाल पुरख ने पैदा किया, ते ओह किहदे नाल वैर क्यों लवेगा भला? वैर पाईदा शरीकां दे विच, जां वैर पाईदा उस दे नाल जिहदे कोलों आपां कोई वस्त लैणी होवे ते ओह सानूं दवे ना, उहदे नाल साडा वैर पै जांदा है। ते गुरु पातशाह जी कहते जिन्नी भी समग्री संसार ते नज़र आ रही है, सगल समग्री जाका तना, आपन जस आप ही सुना। सारी समग्री दे विच, संसार दे विच जिन्ने भी जीव तुरे फिरदे आ, पदार्थ बन रहे ने, खत्म हो रहे ने, सारियां दे विच उसदा ताण है, भाव जोर उस अकाल पुरख दा है, ते फिर उसदा किसी दे नाल वैर नहीं हो सकता। फिर अगला गुण दसदे गुरुदेव जी कहते अकाल मूरत। हुण उसदी शक्ल, उसदा मुहांदरा दसन लगे आ। पातशाह जी कहते मूरत उसदी शक्ल है, उसदी मूरत है। मूरत कहते ने जी मूर्ति, क्योंकि तत्ते नूं सिहारी लगी है, इसदा अर्थ बिहारी दे विच मूर्ति कीता जावेगा। उसदी मूर्ति, उसदी शक्ल जिहड़ी है वो अकाल है, भाव काल तो, समय तो रहत है। उसनूं बचपन, जवानी, बुढ़ेपा नहीं आउंदा। वो ना कदे जम्मिया ते ना ही कदे मरिया, ना वो कदे बुढ़ा होया, ना उहदे शरीर दे उपर झुर्रियां पईयां, ना उहदे केस हीरे होए, चिट्टे होए।
ਨਾ ਉਸ ਦੇ ਨੈਣ ਜੋਤ ਤੋਂ ਹੀਣੇ ਹੋਏ, ਨਾ ਉਸ ਦੀ ਬਾਣੀ ਬਿਕਲ ਭਈ, ਨਾ ਉਸ ਦਾ ਕੰਠ ਰੁੱਧਾ ਹੋਇਆ, ਤੇ ਨਾ ਹੀ ਉਹ ਕਦੇ ਜਵਾਨ ਹੋਇਆ ਸੀ ਤੇ ਨਾ ਹੀ ਉਹ ਕਦੇ ਬਚਪਨ ਦੇ ਵਿੱਚ ਆਇਆ, ਕਿਉਂਕਿ ਉਹ ਸ਼ਕਤੀ ਦੇ ਰੂਪ ਦੇ ਵਿੱਚ ਸੁਭਾਇਮਾਨ ਹੈ, ਅਜੂਨੀ। ਫਿਰ ਗੁਰਦੇਵ ਜੀ ਕਹਿੰਦੇ ਉਹ ਜੂਨਾ ਦੇ ਵਿੱਚ ਨਹੀਂ ਆਉਂਦਾ, ਉਹ ਕਿਸੇ ਪ੍ਰਕਾਰ ਦੀ ਜੂਨ ਦੇ ਵਿੱਚ ਨਹੀਂ ਆਉਂਦਾ। ਮਨੁੱਖ ਦਾ ਇਹ ਸੁਭਾਅ ਹੈ, ਇਹ ਇਸ ਦਾ ਬੰਧਨ ਹੈ ਕਿ ਇਸ ਨੇ 84 ਲੱਖ ਜੂਨਾਂ ਦੇ ਵਿੱਚ ਭੁਗਤਣਾ ਹੈ, ਘੁੰਮਣਾ ਹੈ, ਫਿਰਨਾ ਹੈ। ਪਰ ਕਹਿੰਦੇ ਉਹ ਅਜੂਨੀ ਹੈ, ਭਾਵ ਜੂਨਾਂ ਦੇ ਵਿੱਚ ਨਹੀਂ ਆਉਂਦਾ। ਫਿਰ ਕਹਿੰਦੇ ਸਹਿ ਭੰਗ ਤੋਂ ਭਾਵ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਤੇ ਆਪਣੇ ਆਪ ਤੋਂ ਹੀ ਨਾਸ਼ ਹੋਣ ਵਾਲਾ। ਨਾ ਤੇ ਉਹਨੂੰ ਕੋਈ ਪੈਦਾ ਕਰਨ ਵਾਲਾ ਅੱਜ ਤੱਕ ਜੰਮਿਆ ਤੇ ਨਾ ਹੀ ਉਸ ਨੂੰ ਕੋਈ ਮਾਰ ਸਕਦਾ। ਭੰਗ ਤੋਂ ਭਾਵ ਨਾਸ਼ ਕਰਨਾ। ਵਿਦਵਾਨਾਂ ਨੇ ਦੋ ਤਰ੍ਹਾਂ ਦੇ ਇਸ ਦੇ ਅਰਥ ਕੀਤੇ ਇਸ ਸ਼ਬਦ ਦੇ। ਸਹਿ ਤੋਂ ਭਾਵ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਤੇ ਭੰਗ ਤੋਂ ਭਾਵ ਖਤਮ ਹੋਣ ਵਾਲਾ। ਨਾ ਤੇ ਉਸ ਨੂੰ ਕੋਈ ਪੈਦਾ ਕਰ ਸਕਿਆ ਤੇ ਨਾ ਹੀ ਉਸ ਨੂੰ ਕਿਸੇ ਨੇ ਖਤਮ ਕੀਤਾ। ਉਹ ਪੈਦਾ ਵੀ ਆਪਣੇ ਆਪ ਤੋਂ ਹੋਇਆ ਤੇ ਖਤਮ ਵੀ ਆਪਣੇ ਆਪ ਤੋਂ ਹੋਵੇਗਾ। ਫਿਰ ਗੁਰਦੇਵ ਜੀ ਨੂੰ ਪੁੱਛਿਆ ਜਾਂਦਾ ਕਿ ਭਾਈ ਐਸਾ ਗੁਰੂ ਜਿਹੜਾ ਜਿਸ ਦੇ ਬਾਬਤ ਤੁਸੀਂ ਦੱਸ ਰਹੇ ਹੋ, ਐਸਾ ਅਕਾਲ ਪੁਰਖ ਜਿਹੜਾ ਉਹ ਕਿਹਦੇ ਕਰਕੇ ਪ੍ਰਾਪਤ ਹੁੰਦਾ? ਫਿਰ ਪਾਤਸ਼ਾਹ ਜੀ ਕਹਿੰਦੇ ਗੁਰ ਪ੍ਰਸਾਦ, ਕਿ ਕੇਵਲ ਸੰਸਾਰ ਦੇ ਵਿੱਚ ਗੁਰੂ ਤੋਂ ਬਿਨਾਂ ਹੋਰ ਕਿਤੇ ਵੀ ਉਸ ਦੀ ਪ੍ਰਾਪਤੀ ਨਹੀਂ। ਆਸਾ ਕੀ ਵਾਰ ਬਾਣੀ ਦੇ ਨਾਲ ਜਿਹੜੇ ਛੱਕੇ ਪੜ੍ਹਦੇ ਨੇ ਜੀ ਰਾਗੀ ਸਿੰਘ ਅੰਮ੍ਰਿਤ ਵੇਲੇ, ਉਹਨਾਂ ਦੇ ਵਿੱਚ ਇੱਕ ਬਚਨ ਹੈ ਗੁਰਦੇਵ ਜੀ ਨੇ ਦਰਜ ਕੀਤਾ। ਕਹਿੰਦੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਪ੍ਰਾਪਤੀ ਨਹੀਂ ਕੀਤੀ। ਕੋਈ ਆਪਣੇ ਆਪ ਸਮਾਧੀਆਂ ਲਾ ਕੇ, ਚਲੀਏ ਕੱਟ ਕੇ, ਧੂਏ ਤਪਾ ਕੇ, ਭਸਮ ਵਿਭੂਤ ਲਗਾ ਕੇ ਕਦੇ ਵੀ ਉਸ ਦੀ ਪ੍ਰਾਪਤੀ ਨਹੀਂ ਕਰ ਸਕਿਆ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, जोग अभ्यास कर्म धर्म क्रिया, सगल त्याग बन मदे फिरिया, अनेक प्रकार किए बहु जतना, पुन दान होमै बहु रतना, शरीर कटाए होमै कर राती, वर्त नेम करै बहु भाती, नहीं तुल राम नाम विचार, नानक गुरमुख नाम जपिए एक बार। गुरमुख भाव गुरु दे उपदेश दे नाल जे जीव नाम जप लवे ਤੇ ਤਾਂ ਇੱਕੋ ਵਾਰੀ ਦੇ ਵਿੱਚ ਹੀ ਉਸ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ। ਨਹੀਂ ਤੇ ਸੰਸਾਰ ਦੇ ਵਿੱਚ ਹੋਰ ਕਿਸੇ ਵੀ ਉਦਮ ਦੇ ਨਾਲ ਉਸ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅੱਗੇ ਵਾਰ ਦੀ ਆਰੰਭਤਾ ਹੁੰਦੀ ਹੈ ਜੀ। ਆਸਾ ਮਹੱਲਾ ਪਹਿਲਾ, ਵਾਰ ਸਲੋਕਾਂ ਨਾਲ। सलोक भी महले पहले के लिखे, टुंडे असुराज की धुनी। ध्यान दे के गल नूं समझण दा यतन करना। गुरदेव जी बख्शिश करदे ਉੱਪਰ ਸਿਰਲੇਖ ਬਾਣੀ ਦੇ ਦਰਜ ਹੈ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ। ਫਿਰ ਦੱਸਿਆ ਗਿਆ ਹੈ ਕਿ ਵਾਰ ਕਿਸ ਤਰ੍ਹਾਂ ਦੀ ਹੈ, ਸਰੂਪ ਕਿਸ ਤਰ੍ਹਾਂ ਦਾ ਹੈ। ਵਾਰ ਸਲੋਕਾਂ ਨਾਲ, ਸਲੋਕਾਂ ਦੇ ਨਾਲ, ਕਿਉਂਕਿ ਵਾਰ ਦਾ ਜਿਹੜਾ ਅਸਲੀ ਸਰੂਪ ਜਿਹੜਾ ਉਹ ਪੌੜੀਆਂ ਹੁੰਦੀਆਂ ਨੇ। ਕਲਗੀਧਰ ਪਾਤਸ਼ਾਹ ਜੀ ਨੇ ਜਿਹੜੀ ਭਗਉਤੀ ਕੀ ਵਾਰ ਲਿਖੀ ਹੈ, ਜਿਹਦੇ ਵਿੱਚੋਂ ਆਪਾਂ ਅਰਦਾਸ ਦੇ ਵਿੱਚ ਬਚਨ ਪੜ੍ਹਦੇ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਉਹ ਬਚਨ ਜਿਹੜੇ ਭਗਉਤੀ ਕੀ ਵਾਰ, ਜਿਸ ਨੂੰ ਆਮ ਬੋਲੀ ਦੇ ਵਿੱਚ ਚੰਡੀ ਦੀ ਵਾਰ ਆਖਿਆ ਜਾਂਦਾ, ਉਹਦੇ ਵਿੱਚ ਕੇਵਲ ਪੌੜੀਆਂ ਨੇ, 55 ਪੌੜੀਆਂ ਨੇ। ਤੇ ਅਖੀਰਲੀ ਪੌੜੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਦੁਰਗਾ ਪਾਠ ਬਣਾਇਆ, ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨਹਿ ਗਾਇਆ।
इस तो इस गल की गवाही मिलती है कि वार का असल स्वरूप केवल पौड़ियां हुंदियां ने। ते पर यह जिहड़ी वार है आसा की वार ये सलोकां दे नाल है, इस करके उपर सिरलेख दर्ज है वार सलोकां नाल। फिर कहंदे सलोक भी महल्ले पहले के लिखे। सलोक भी ने जिहड़े वो भी वार भी पहले महल्ले दी है गुरु नानक पातशाह जी दी, ते सलोक भी पहले महल्ले दे ने। फिर एक और बचन दर्ज है जी, लिखिया टुंडे आसु राजै की धुनी। बड़ी दिलचस्प कहानी, रोचक कहानी है टुंडे असराज दी। ध्यान दे के सरवण करन दा यतन करना। 22 वारां ने जी धन श्री गुरु ग्रंथ साहिब पातशाह जी दे स्वरूप दे अंदर। 22 वारां दे विचों 9 वारां दे उपर धुनियां दर्ज ने। धुनी तो भाव कि तर्ज उपर जिहड़ी तर्ज दे उपर वार नूं गायन करना है वो तर्ज पहलां दर्ज कीती गई है। जिवें उदाहरण दे तौर ते लल्ला बहलीमा की धुनी गावनी, मूसे की वार की धुनी गावनी। ये सारे जिहड़े ने पुरातन योधे होए संसार दे अंदर। इन्हां पुरातन योधियां ने जंगां जित्तियां ते इन्हां दे दरबार दे जिहड़े कवि सन, जिहड़े ढाडी सन, उन्हां दे वल्लों इन्हां दे उस्तत दे विच इन्हां दीयां जंगां दे रूप दे विच इन्हां दीयां वारां गाईयां जांदियां सी। ते गुरु पातशाह जी ने उसे तर्ज दे उपर इस वार नूं गाउण दी हिदायत कीती। ये जिहड़ा टुंडा असराज होया जी, ये राजे सारंग दा पुत्र सी। राजे सारंग दा पुत्र सी ते इस दी जदों इस दा जन्म होया ते इहदी मां दा देहांत हो गया ते राजे ने दूजा विआह करवाया ते मतरेई मां आ गई घर दे अंदर। ते इस दा कुछ लगन इस तरह दा सी कि पहला राजे दे घर पुत्र दी दात नहीं प्राप्त हो रही सी ते राजा जिहड़ा वो पंडितां दे कोल ब्राह्मणां दे कोल जांदा सी। ते एक ब्राह्मण ने इस नूं आखिया सी कि भाई तेरे घर, क्योंकि राजियां दे घर जे पुत्र ना होवे ते उन्हां दा राज भाग सांभण वाला नहीं कोई हुंदा, अगे उन्हां दी वंश सांभण वाला कोई अगे हुंदा नहीं। ते उन्हां दे वास्ते बड़े दुख दी गल हुंदी जे घर दे विच पुत्र ना होवे ते वो पंडितां ब्राह्मणां दे जावे। किसी ब्राह्मण ने पंडित ने आखिया भाई पुत्र तेरे हो जाएगा, पर एक कारज करी 12 साल तक पुत्र नूं भोरे दे विच रखी ते 12 साल तू पुत्र दा मुख नहीं वेखना। 12 साल इन्हें इसे तरह कीता। जिस समय जी असराज पैदा होया सारंग दे घर, इहदी मां चढ़ाई कर गई, एक गौलियां बांदियां दित्तियां इस दी सेवा वास्ते ते इहनूं भोरे दे विच गुफा दे विच रखिया। 12 साल बाद जदों बाहर आया गुफा दे विचों, पिता ने देखिया, बड़ा प्यार किया, गोद दे विच बिठाया। जदों अपनी मतरेई मां दे कोल गया जी, हुण विकार जिहड़े पुरख दे विच ने ना, वो कई बार ऐसा समा बनता है कि संसार दे विच प्यो अपनी धी नहीं वेखदा ते मां अपना पुत्र नहीं वेखदी। जदों विकार वासना पैदा हो जावे ते ये जिहड़ी इहदी मतरेई मां है वो अजे 12 सालां दा है, पर राजे दा पुत्र होण करके खाण पीण चंगा तगड़ा होण करके शरीर जिहड़ा रिष्ट पुष्ट तगड़ा है, तंदुरुस्त है, इहदे वल वेख के ते वो रीझ गई। उहने इस दे नाल कई तरह दी जबरदस्तियां दे नाल इहनूं जिहड़ा अपने बचनां दे विच वरगलाउण दी कोशिश कीती, पर यह मन्निया नहीं। ये अपने जत सत ते पूरा कायम रहा, दृढ़ रहा। आखिर हार के उस राणी ने जिहड़ी मतरेई मां सी इसने राजे सारंग दे पास जा करके ते शिकायत लगा दी कि आ जिहड़ा तेरा पुत्र है ये मैं इसदी मतरेई मां हाँ ते ये मेरे नाल बदसलूकी करदा है। इसदी नीत चंगी नहीं, ये चंगी नीत दा मालक नहीं, इसदा जिहड़ा आचरण, इसदा रहन सहन चंगा नहीं है। उसने की कीता जी, राजे नूं जाके आख दिता ते राजे ने उसे वक्त गुस्से दे विच आ करके ते असराज नूं मारन दा हुक्म दे दिता कि इस नूं मार के ते खूह दे विच सुੱਟ दिओ पिंड दे। जिहड़ा वजीर सी असराज दा, सारंग दा जिहड़ा वजीर सी वो सियाणा सी। उसने की कीता, इस दी बांह वड्ड के, इस दे पैर वड्ड के ते इस नूं
ਖੂਹ ਦੇ ਵਿੱਚ ਸੁੱਟ ਦਿੱਤਾ, ਜਾਨੋਂ ਨਹੀਂ ਮਾਰਿਆ। ਇਸ ਨੂੰ ਪਿੰਡ ਦੇ ਖੂਹ ਦੇ ਵਿੱਚ ਸੁੱਟ ਦਿੱਤਾ। ਪਿੰਡ ਦੇ ਖੂਹ ਦੇ ਵਿੱਚ ਸੁੱਟਿਆ ਤੇ ਇਹ ਕੁਝ ਕੁ ਦਿਨ ਉੱਥੇ ਭੁੱਖਾ ਪਿਆਸਾ ਪਿਆ, ਚੀਕਦਾ ਰਿਹਾ। ਇਸ ਦੀ ਆਵਾਜ਼ ਸੁਣੀ ਲਾਗੋਂ ਸਾਧਾਂ ਦਾ ਟੋਲਾ ਲੰਘਿਆ। ਉਹਨਾਂ ਨੇ ਖੂਹ ਦੇ ਵਿੱਚੋਂ ਅਸਰਾਜ ਨੂੰ ਬਾਹਰ ਕੱਢਿਆ, ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਇਹਦੇ ਪੈਰ, ਇਹਦੇ ਹੱਥ ਪੂਰੇ ਕੀਤੇ, ਪਰ ਇਸ ਦਾ ਇੱਕ ਹੱਥ ਜਿਹੜਾ ਉਹ ਟੁੰਡਾ ਰਹਿ ਗਿਆ, ਭਾਵ ਸੰਪੂਰਨ ਹੱਥ ਨਹੀਂ ਮਿਲਿਆ। ਤੇ ਉਹਨਾਂ ਨੇ ਰਿੱਧੀਆਂ ਸਿੱਧੀਆਂ ਦੇ ਨਾਲ ਇਹਦੇ ਪੈਰ, ਇਹਦੇ ਹੱਥ, ਬਾਕੀ ਜਿਹੜੀਆਂ ਬਾਹਾਂ ਬਣਾ ਦਿੱਤੀਆਂ। ਤੇ ਇਸ ਨੂੰ ਉਹਨਾਂ ਨੇ ਅਗਲੇ ਪਿੰਡ ਦੇ ਵਿੱਚ ਜਾ, ਅਗਲੇ ਦੇਸ਼ ਦੇ ਵਿੱਚ ਜਾ ਕਰਕੇ ਤੇ ਇੱਕ ਤੇਲੀ ਦੇ ਕੋਲ ਵੇਚ ਦਿੱਤਾ। ਹੁਣ ਤੇਲੀ ਦੇ ਕੋਲ ਰਹਿ ਕੇ ਇਹ ਸਾਰੀ ਦਿਹਾੜੀ ਉਹਦਾ ਬਲਦ ਨੂੰ ਹੱਕਦਾ। ਤੇਲੀ ਜਿਹੜਾ ਕੋਲੂ ਦੇ ਲਾਗੇ ਬੈਠ ਕੇ ਤੇ ਜਿਹੜਾ ਬਲਦ ਜਿਹੜਾ ਜੋਕਿਆ ਹੈ ਕੋਲੂ ਦੇ ਨਾਲ, ਉਸ ਨੂੰ ਸਾਰੀ ਦਿਹਾੜੀ ਹੱਕਦਾ ਤੇ ਇਸ ਦੇ ਬਦਲੇ ਦੇ ਵਿੱਚ ਤੇਲੀ ਇਹਨੂੰ ਭੋਜਨ ਦਿੰਦਾ ਸੀ, ਸਵੇਰ ਦਾ, ਸ਼ਾਮ ਦਾ, ਦੁਪਹਿਰ ਦਾ, ਤਿੰਨੇ ਸਮਿਆਂ ਦਾ। ਇਸ ਦੀ ਪਾਲਣਾ ਕਰਦਾ ਸੀ। ਰੱਬ ਦਾ ਐਸਾ ਭਾਣਾ ਵਰਤਿਆ, ਵੇਖੋ ਕਿ ਜਿਹੜੇ ਦੇਸ਼ ਦੇ ਵਿੱਚ ਵਿਕਿਆ ਸੀ ਤੇਲੀ ਦੇ ਕੋਲ, ਉਸ ਦੇਸ਼ ਦਾ ਰਾਜਾ ਜਿਹੜਾ ਚੜ੍ਹਾਈ ਕਰ ਗਿਆ ਤੇ ਉਸ ਦਾ ਪੁੱਤਰ ਨਹੀਂ ਸੀ ਕੋਈ। ਹੁਣ ਰਾਜੇ ਦਾ ਪੁੱਤਰ ਹੋਣ ਕਰਕੇ ਇਸ ਨੂੰ ਰਾਜਨੀਤੀ ਨੂੰ ਸਾਂਭਣਾ, ਰਾਜ ਵਿਦਿਆ ਦੀ ਸਾਰੀ ਜਾਣਕਾਰੀ ਹੈ, ਕਿਉਂਕਿ ਰਾਜੇ ਸਾਰੰਗ ਦਾ ਸੁਪੁੱਤਰ ਹੈ। ਤੇ ਉਹ ਜਿਹੜਾ ਰਾਜਾ ਮਰ ਗਿਆ ਉਸ ਦਾ ਸੁਪੁੱਤਰ ਨਹੀਂ। ਉਸ ਦੇ ਵਜ਼ੀਰਾਂ ਨੇ ਆਪਸ ਦੇ ਵਿੱਚ ਸਲਾਹ ਕਰਕੇ ਇਹ ਬਚਨ ਦ੍ਰਿੜ ਕੀਤਾ ਕਿ ਭਾਈ ਅੰਮ੍ਰਿਤ ਵੇਲੇ ਸਵੇਰੇ ਜਿਹੜਾ ਰਾਜ ਦਰਬਾਰ ਦਾ ਸਭ ਤੋਂ ਪਹਿਲਾਂ ਬੂਹਾ ਖੜਕਾਵੇਗਾ, ਜਿਹੜਾ ਰਾਜ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਦਾਖਲ ਹੋਵੇਗਾ, ਉਸ ਨੂੰ ਅਸੀਂ ਰਾਜਗੱਦੀ ਦਾ ਸਿੰਘਾਸਨ ਦੇ ਦਿਆਂਗੇ। ਅਕਾਲ ਪੁਰਖ ਦਾ ਭਾਣਾ ਵਰਤਿਆ ਜੀ। ਤੇਲੀ ਦਾ ਬਲਦ ਖੁੱਲ ਗਿਆ ਤੇ ਤੇਲੀ ਦੇ ਬਲਦ ਨੂੰ ਲੱਭਣ ਵਾਸਤੇ ਅਸਰਾਜ ਜਿਹੜਾ ਉਹ ਅੰਮ੍ਰਿਤ ਵੇਲੇ ਹੀ ਤੁਰ ਪਿਆ। ਇਹਨੇ ਜਾ ਕੇ ਰਾਜ ਦੇ ਦਰਬਾਰ ਦਾ, ਸ਼ਹਿਰ ਦਾ ਜਾ ਕੇ ਇਹਨੇ ਬੂਹਾ ਖੜਕਾਇਆ ਤੇ ਅੰਦਰੋਂ ਉਹਨਾਂ ਬੂਹਾ ਖੋਲ ਕੇ ਤੇ ਇਹਦੇ ਗਲ ਦੇ ਵਿੱਚ ਜੈ ਮਾਲਾ ਪਾ ਦਿੱਤੀ, ਭਾਵ ਜਿੱਤ ਦੀ ਮਾਲਾ ਇਹਦੇ ਗਲ ਦੇ ਵਿੱਚ ਪਾ ਦਿੱਤੀ ਕਿ ਅੱਜ ਤੋਂ ਇਸ ਦੇਸ਼ ਦਾ ਰਾਜਾ ਅਸਰਾਜ ਬਣ ਗਿਆ। ਇਹ ਚੰਗੇ ਤਰੀਕੇ ਦੇ ਨਾਲ, ਕਿਉਂਕਿ ਰਾਜੇ ਦਾ ਸੁਪੁੱਤਰ ਹੋਣ ਕਰਕੇ ਚੰਗੇ ਤਰੀਕੇ ਦੇ ਨਾਲ ਇਸਨੇ ਆਪਣਾ ਰਾਜ ਭਾਗ ਚਲਾਇਆ, ਕਾਇਮ ਕੀਤਾ, ਹੋਰ ਵੀ ਦੇਸ਼ਾਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ। ਲਾਗਲੇ ਦੇਸ਼ਾਂ ਦੇ ਨਾਲ ਇਸ ਦੇ ਚੰਗੇ ਸੰਬੰਧ ਰਹੇ। ਥੋੜੇ ਸਮੇਂ ਬਾਅਦ ਅਕਾਲ ਦਾ ਭਾਣਾ ਵਰਤਿਆ ਤੇ ਉੱਥੇ ਅੰਨ ਪਾਣੀ ਦਾ ਕਾਲ ਪੈ ਗਿਆ ਲਾਗੇ ਦੇ ਸਾਰੇ ਦੇਸ਼ਾਂ ਦੇ ਅੰਦਰ, ਤੇ ਰਾਜੇ ਸਾਰੰਗ ਦੇ ਦੇਸ਼ ਦੇ ਵਿੱਚ ਵੀ ਕਾਲ ਪੈ ਗਿਆ। ਪਰ ਜਿਹੜਾ ਅਸਰਾਜ ਸੀ, ਇਸ ਦੀ ਉੱਚੀ ਸੂਝ-ਬੂਝ ਦੇ ਕਾਰਨ ਇਹਦੇ ਦੇਸ਼ ਦੇ ਵਿੱਚ ਅੰਨ, ਜਲ, ਪਾਣੀ ਭਰਪੂਰ ਸੀ। ਇਸ ਦੇ ਦੇਸ਼ ਦੇ ਵਿੱਚ ਕਾਲ ਨਹੀਂ ਪਿਆ। ਹੁਣ ਸਾਰੰਗ ਨੇ ਕੀ ਕੀਤਾ, ਆਪਣੇ ਮੰਤਰੀ ਨੂੰ ਨਾਲ ਦੇ ਦੇਸ਼ ਦੇ ਵਿੱਚ ਜਿੱਥੇ ਅਸਰਾਜ ਗੱਦੀ ਤੇ ਬੈਠਾ ਹੈ, ਪਰ ਸਾਰੰਗ ਨੂੰ ਨਹੀਂ ਪਤਾ, ਉਸਨੇ ਅੰਨ ਲੈਣ ਵਾਸਤੇ ਮੁੱਲ ਆਪਣੇ ਮੰਤਰੀ ਨੂੰ ਉਸ ਦੇਸ਼ ਦੇ ਵਿੱਚ ਘੱਲਿਆ। ਜਦੋਂ ਉਸਨੇ ਆ ਕੇ ਰਾਜ ਦਰਬਾਰ ਦੇ ਵਿੱਚ ਮੁਰਾਦ ਮੰਗੀ, ਬੇਨਤੀ ਕੀਤੀ ਕਿ ਭਾਈ ਸਾਡੇ ਦੇਸ਼ ਦੇ ਵਿੱਚ ਕਾਲ ਪੈ ਗਿਆ, ਸਾਡੇ ਦੇਸ਼ ਵਾਸੀਆਂ ਨੂੰ ਛਕਾਉਣ ਵਾਸਤੇ ਅੰਨ ਤੁਹਾਡੇ ਕੋਲੋਂ ਮੁੱਲ ਲੈਣ ਵਾਸਤੇ ਆਏ ਹਾਂ, ਰਾਜੇ ਸਾਰੰਗ ਨੇ ਭੇਜਿਆ ਹੈ। ਤੇ ਰਾਜੇ ਅਸਰਾਜ ਨੇ ਉਸ ਨੂੰ ਝੱਟ ਪਛਾਣ ਲਿਆ ਤੇ ਉਹਦਾ ਧੰਨਵਾਦ ਕੀਤਾ ਇਸ ਗੱਲ ਕਰਕੇ ਕਿ ਉਸ ਦੇ ਪਿਤਾ ਨੇ ਉਹਨੂੰ ਮਾਰਨ ਦਾ ਹੁਕਮ ਦਿੱਤਾ ਸੀ, ਪਰ ਉਸਨੇ ਉਹਨੂੰ ਮਾਰਿਆ ਨਹੀਂ, ਤੇ ਜਿਸ ਦੇ ਬਦੌਲਤ ਅੱਜ ਉਹ ਰਾਜਗੱਦੀ ਤੇ ਬੈਠਾ ਹੈ। ਉਸ ਦੀ ਚੰਗੀ ਆਓ ਭਗਤ ਕੀਤੀ, ਚੰਗਾ ਉਸ ਦਾ ਸਵਾਗਤ ਕੀਤਾ। ਫਿਰ ਉਸ ਨੂੰ ਆਖਿਆ ਕਿ ਦੇਸ਼ ਵਾਸੀਆਂ ਵਾਸਤੇ, ਸਾਰੰਗ ਦੇ ਰਾਜ ਭਾਗ ਵਾਸਤੇ ਜੋ ਕੁਝ ਵੀ ਚਾਹੀਦਾ ਹੈ ਉਹ ਮੁਫਤ ਦੇ ਵਿੱਚ ਲੈ ਜਾਵੇ, ਉਸ ਦਾ ਮੁੱਲ ਨਹੀਂ ਲਿਆ ਜਾਵੇਗਾ। ਜਦੋਂ ਇਸ ਨੂੰ ਅੰਨ ਦੇ ਕੇ ਤੇ ਭੇਜਿਆ, ਸਵਾਗਤ ਦੇ ਨਾਲ 36 ਪ੍ਰਕਾਰ ਦੇ ਭੋਜਨ ਛਕਾ ਕੇ, ਅਨੇਕਾਂ ਪ੍ਰਕਾਰ ਦੇ ਉਪਹਾਰ ਦੇ ਕੇ ਰਾਜੇ ਅਸਰਾਜ ਨੇ ਭੇਜਿਆ। ਤੇ ਇਹ ਰਾਜੇ ਸਾਰੰਗ ਦੇ ਪਾਸ ਗਿਆ, ਜਾ ਕੇ ਇਸਨੇ ਬੜੀ ਸਿਫਤ ਕੀਤੀ ਕਿ ਭਾਈ ਤੇਰਾ ਪੁੱਤਰ ਤੇ ਦੇਵ ਸਰੂਪ ਆ, ਦੇਵਤਾ ਰੂਪ ਹੈ, ਤੇ ਤੂੰ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਸੀ। ਖੈਰ ਅੱਜ ਉਹ ਗੁਰੂ ਦੇ, ਅਕਾਲ ਪੁਰਖ ਦੇ ਭਾਣੇ ਦੇ ਨਾਲ ਅੱਜ ਉਹ ਜਿਉਂਦਾ ਹੈ ਤੇ ਉਹ ਨਾਲ ਦੇ ਦੇਸ਼ ਦੇ ਉੱਪਰ ਰਾਜ ਕਰ ਰਿਹਾ। ਕੇਵਲ ਇੱਕੋ ਇੱਕ ਦੇਸ਼ ਜਿੱਥੇ ਕਾਲ ਨਹੀਂ ਪਿਆ, ਤੇ ਉਹ ਕੇਵਲ ਅਸਰਾਜ ਕਰਕੇ ਉਸ ਦੇਸ਼ ਦੇ ਵਿੱਚ ਕਾਲ ਨਹੀਂ ਪਿਆ, ਉਹਦੀ ਚੰਗੀ ਨੀਤੀ ਦੇ ਕਰਕੇ। ਫਿਰ ਇਸ ਨੇ, ਮੰਤਰੀ ਨੇ, ਵਜ਼ੀਰ ਨੇ ਸਾਰੰਗ ਨੂੰ ਸਮਝਾਇਆ ਕਿ ਭਾਈ ਤੂੰ ਆਪਣਾ ਰਾਜ ਵੀ ਆਪਣੇ ਪੁੱਤਰ ਨੂੰ ਦੇ ਦੇ,
ਤੇ ਤੇਰਾ ਪੁੱਤਰ ਇਸ ਰਾਜ ਨੂੰ ਵੀ ਚੰਗੇ ਸੁਚਾਰੂ ਢੰਗ ਦੇ ਨਾਲ ਚਲਾਵੇਗਾ। ਤੂੰ ਬਜ਼ੁਰਗ ਹੋ ਗਿਆ ਹੈ, ਆਪਣੀ ਗੱਦੀ ਆਪਣੇ ਪੁੱਤਰ ਨੂੰ ਸੌਂਪ ਦੇ। ਤੇ ਇਹ ਵੀ ਰਾਜ ਜਿਹੜਾ ਸਾਰੰਗ ਨੇ ਆਪਣੇ ਅਸਰਾਜ ਪੁੱਤਰ ਨੂੰ ਬੁਲਾ ਕਰਕੇ ਪਿਆਰ ਦੇ ਨਾਲ ਆਪਣਾ ਵੀ ਰਾਜ ਭਾਗ ਉਸ ਨੂੰ ਦਿੱਤਾ ਤੇ ਉਹਦੇ ਕੋਲੋਂ ਮਾਫੀ ਮੰਗੀ ਕਿ ਮੈਂ ਉਹਦੇ ਉੱਪਰ ਸ਼ੱਕ ਕੀਤਾ ਹੈ। ਹੁਣ ਇਹ ਜਿਹੜੀ ਸਾਰੀ ਵਿਥਿਆ ਜੀ, ਇਸ ਨੂੰ ਉਸ ਸਮੇਂ ਦੇ ਢਾਡੀਆਂ ਨੇ ਉਸ ਦੇ ਅਸਰਾਜ ਦੇ ਦਰਬਾਰ ਦੇ ਵਿੱਚ ਜਿਸ ਧੁਨ ਦੇ ਉੱਪਰ ਗਾਇਆ, ਜਿਸ ਵਾਰ ਦੀ ਧੁਨ ਦੇ ਉੱਪਰ ਗਾਇਆ, ਜਿਸ ਤਰ੍ਹਾਂ ਵਾਰ ਦੀਆਂ ਪੌੜੀਆਂ ਪੜ੍ਹਦੇ ਨੇ ਜੀ ਪੁਰਾਣੇ ਬਜ਼ੁਰਗ ਢਾਡੀ, ਅੱਜ ਵੀ ਪੜ੍ਹਦੇ ਨੇ, ਉਸ ਧੁਨ ਦੇ ਉੱਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਆਸਾ ਕੀ ਵਾਰ ਨੂੰ ਗਾਉਣ ਦੀ ਹਦਾਇਤ ਕੀਤੀ ਕਿ ਇਸ ਆਸਾ ਕੀ ਵਾਰ ਨੂੰ ਉਸ ਧੁਨ ਦੇ ਉੱਪਰ ਪੜੋ। ਟੁੰਡੇ ਅਸਰਾਜ ਕੀ ਧੁਨੀ, ਉਸ ਟੁੰਡੇ ਅਸਰਾਜੇ ਦੀ ਧੁਨੀ ਦੇ ਉੱਪਰ ਇਸ ਵਾਰ ਨੂੰ ਗਾਉਣ ਦੀ ਹਦਾਇਤ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੱਲ ਦੇ ਰੋਜ਼ ਤੋਂ ਜੋ ਆਸਾ ਕੀ ਵਾਰ ਦੀ ਵਿਚਾਰ ਦੀ ਆਰੰਭਤਾ ਗੁਰੂ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ ਕਰਕੇ ਕਰਵਾਈ ਹੈ। ਅੱਜ ਆਪਾਂ ਵਾਰ ਦੀ ਆਰੰਭਤਾ ਤੇ ਜੋ ਉੱਪਰ ਸਿਰਲੇਖ ਦਰਜ ਹੈ ਉਸ ਦੀ ਵਿਚਾਰ ਦੇ ਨਾਲ ਜੁੜਨ ਦੇ ਯਤਨ ਕੀਤੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਤੁਸ਼ ਬੁੱਧ ਦੇ ਕਾਰਨ ਗੁਰੂ ਦੀ ਉਸਤਤ, ਗੁਰੂ ਦੀ ਬਾਣੀ ਦੀ ਵਿਚਾਰ ਅਗਾਧ ਬੋਧ ਹੈ, ਅਗੰਮ ਸਰੂਪ ਹੈ ਤੇ ਤੁਸ਼ ਬੁੱਧ ਦੇ ਵਿੱਚੋਂ ਜਿਤਨੇ ਵੀ ਬਚਨ ਨਿਕਲਦੇ ਨੇ ਉਹ ਸੰਪੂਰਨ ਨਹੀਂ ਪੈ ਸਕਦੇ, ਪੂਰੇ ਨਹੀਂ ਪੈ ਸਕਦੇ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਅਗਾਹ ਤੋਂ ਸਮਤ ਬਖਸ਼ਣ, ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਪਿਆਰ ਦੇਣਾ ਕਿ ਰੋਜ਼ਾਨਾ ਇਸੇ ਪ੍ਰਕਾਰ 6 ਵਜੇ ਤੋਂ ਲੈ ਕੇ ਪੌਣੇ 7 ਵਜੇ ਤੱਕ ਗੁਰੂ ਪਾਤਸ਼ਾਹ ਜੀ ਦੀ ਇਸ ਅਗੰਮੀ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦੇ ਯਤਨ ਕਰੀਏ ਜੀ ਤੇ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ। ਸਮੇਂ ਦੀ ਸਮਾਪਤੀ ਹੈ, ਭੁੱਲਾਂ ਨਾ ਚਿਤਾਰਨੀਆਂ। ਦਿਓ ਅਸੀਸ, ਬਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।